ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਸਤਿਗੁਰੂ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਰਹਿਮਤ ਕਿਰਪਾ ਕੀਤੀ ਹੈ। ਸਾਧ ਸੰਗਤ ਜੀ, ਜੋ ਕਿ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਮਨੁੱਖੀ ਦੇਹੀ ਦੀ ਸਫਲਤਾ ਦੇ ਹਿੱਤ ਇਹ ਜੋ ਸਾਧ ਸੰਗਤ ਕਰਨ ਦੇ ਲਈ ਮਹਾਨ ਸਮਾਂ ਬਖਸ਼ਿਆ। ਰਣਜੀਤਪੁਰਾ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜਥੇਬੰਦੀਆਂ, ਗੁਰਮੁਖ ਪਿਆਰੀਆਂ ਪਵਿੱਤਰ ਰੂਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ 11 ਦਿਨਾਂ ਦਾ ਜਿਹੜਾ ਮਹਾਨ ਜਗ ਰੰਭਿਆ ਗਿਆ ਹੈ, ਜਿਹਦੇ ਵਿੱਚ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਪਾਵਨ ਗੁਰਬਾਣੀ ਸ੍ਰੀ ਬ੍ਰਹਮ ਕਵਚ ਦੇ ਅਖੰਡ ਜਾਪ ਚਲਾਏ ਜਾ ਰਹੇ ਹਨ। ਗੁਰੂ ਕੇ ਪਿਆਰੇ ਗੁਰਮੁਖ ਸੱਜਣ ਬੜੇ ਪ੍ਰੇਮ ਸਹਿਤ ਸ਼ਰਧਾ ਦੇ ਸਹਿਤ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੈ। ਆਓ ਕੁਝ ਸਮੇਂ ਵਾਸਤੇ ਬੜੇ ਪ੍ਰੇਮ ਨਾਲ ਇਸ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ, ਜਿਸ ਤੇ ਸਾਨੂੰ ਇਸ ਪਾਵਨ ਗੁਰਬਾਣੀ ਦਾ ਪੂਰਾ ਲਾਭ ਪ੍ਰਾਪਤ ਹੋ ਸਕੇ। ਕਥਾ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਗੁਰੂ ਚਰਨਾਂ ਵਿੱਚ ਟਿਕਾਓ। ਸੁਰਤ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਬ੍ਰਹਮ ਕਵਚ ਲਿਖਿਅਤੇ ਸ੍ਰੀ ਮੁਖਬਾਗ ਪਾਤਸ਼ਾਹੀ ਦਸਵੀਂ। ਧੰਨ ਧੰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਨੇ ਜਦ ਇਸ ਕਲਯੁਗੀ ਜੀਆਂ ਦੇ ਤਾਰਨ ਹਿਤ ਇਸ ਮਾਤਲੋਕ ਦੀ ਧਰਤੀ ਤੇ ਅਵਤਾਰ ਧਾਰਿਆ। ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਪ੍ਰਗਟ ਹੋਣ ਦੇ ਜਿਹੜੇ 3 ਕਾਰਨ ਦੱਸੇ ਹੈ ਨਾ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਜਿਵੇਂ ਸ਼੍ਰੀਮਦ ਭਗਵਦ ਗੀਤਾ ਦੇ ਵਿੱਚ ਵੀ ਇਹੋ ਹੀ ਸਮਾਨ ਉਪਦੇਸ਼ ਦੇ ਨਾਲ ਰਲਿਆ ਮਿਲਿਆ ਸਾਂਝਾ ਬਚਨ ਵੀ ਦਰਜ ਹੈ। ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤ ਅਭ్యుత్థానం ਧਰਮस्य ਤਦਾਤਮਾनं ਸ੍ਰਜਾम्यहम् परित्राणाय साधूना विनाशाय दुष्कृतां धर्म संस्थापनार्थाय संभवामि युगे युगे। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪ੍ਰਗਟ ਹੋਣ ਦੇ ਜਿਹੜੇ 3 ਕਾਰਨ ਦੱਸੇ ਨਾ, ਸਭ ਤੋਂ ਪਹਿਲਾਂ ਧਰਮ ਚਲਾਵਨ, ਸੱਚੇ ਧਰਮ ਦੀ ਪੰਥ ਖਾਲਸੇ ਦੀ ਸਥਾਪਨਾ ਕਰਨਾ। ਦੂਜਾ ਕਾਰਨ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਸੰਤ ਉਬਾਰਨ, ਸਾਧੂ ਸੰਤ ਮਹਾਪੁਰਸ਼ ਮਹਾਤਮਾ ਜਨਾਂ ਦੀ ਰੱਖਿਆ। ਤੇ ਤੀਜਾ ਕਾਰਨ ਦੱਸਿਆ ਗੁਰਦੇਵ ਜੀ ਨੇ ਦੁਸ਼ਟਾਂ ਜ਼ਾਲਮਾਂ ਪਾਪੀਆਂ ਦਾ ਨਾਸ਼ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ 1699 ਦੀ ਵਿਸਾਖੀ ਨੂੰ ਪਹਿਲੀ ਵਾਰ ਅੰਮ੍ਰਿਤ ਪ੍ਰਚਾਰ ਕਰਕੇ ਅੰਮ੍ਰਿਤ ਦੀ ਦਾਤ ਪੰਥ ਖਾਲਸੇ ਨੂੰ ਬਖਸ਼ਿਸ਼ ਕੀਤੀ। ਆਪ ਸਭ ਨੂੰ ਜਿਵੇਂ ਪਤਾ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ 9 ਗੁਰੂ ਸਾਹਿਬਾਨ ਜੀ ਦੇ ਵੇਲੇ ਤੱਕ ਜਦ ਵੀ ਕੋਈ ਜੀਵ ਗੁਰੂ ਸਾਹਿਬ ਜੀ ਦੀ ਗੁਰਸਿੱਖੀ ਧਾਰਨ ਕਰਦਾ, ਸੰਗਤ ਜੀ ਉਹਨਾਂ ਨੂੰ ਚਰਨਾਂ ਦੀ ਪਹੁਲ ਦਿੱਤੀ ਜਾਂਦੀ ਸੀ। ਸਤਿਗੁਰਾਂ ਦੇ ਸੱਜੇ ਚਰਨ ਦੇ ਅੰਗੂਠੇ ਨੂੰ ਇਸ਼ਨਾਨ ਕਰਵਾ ਕੇ ਉਹਦਾ ਅੰਮ੍ਰਿਤ ਗੁਰਸਿੱਖਾਂ ਨੂੰ ਪਿਲਾਇਆ ਜਾਂਦਾ ਸੀ, ਚਰਨ ਅੰਮ੍ਰਿਤ। ਲੇਕਿਨ 10ਵੇਂ ਪਾਤਸ਼ਾਹ ਜੀ ਨੇ ਚਰਨਾਂ ਦੇ ਪਾਹੁਲ ਦੀ ਮਰਜ਼ਾਦਾ ਬੰਦ ਕਰਕੇ ਸਦਾ ਦੇ ਲਈ ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਖੰਡੇ ਬਾਟੇ ਦੀ ਪਾਹੁਲ, ਖੰਡੇ ਬਾਟੇ ਦਾ ਅੰਮ੍ਰਿਤ ਆਪਣੇ ਪਿਆਰੇ ਖਾਲਸੇ ਨੂੰ ਬਖਸ਼ਿਆ। ਤੇ ਜਦ
ਇਹ ਮਹਾਨ ਅੰਮ੍ਰਿਤ ਦੀ ਦਾਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਜੀਆਂ ਨੂੰ, ਆਪਣੇ ਪਿਆਰੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਨਾ ਸੰਗਤ ਜੀ। ਇਸ ਅੰਮ੍ਰਿਤ ਦੇ ਦਾਤ ਦੀ ਤਸੀਰ ਇਹ ਹੋ ਗਈ ਕਿ ਜੋ ਨਿੱਕੀਆਂ ਕੀੜੀਆਂ ਦੇ ਸਮਾਨ ਸੀ, ਜਾਣੋ ਕੀੜੀਆਂ ਹਾਥੀਆਂ ਦਾ ਮੁਕਾਬਲਾ ਕਰਨ ਜੋਗੀਆਂ ਬਣ ਗਈਆਂ। ਛੋਟੀਆਂ ਚਿੜੀਆਂ ਉਹ ਬਾਜਾਂ ਦੇ ਨਾਲ ਭਿੜਦੀਆਂ ਸੀ, ਜਿਨ੍ਹਾਂ ਬੰਦਿਆਂ ਨੇ ਕਦੇ ਹੱਥਾਂ 'ਚ ਚੱਕੂ ਛੁਰੀਆਂ ਤੱਕ ਨਹੀਂ ਸੀ ਧਰੀਆਂ, ਨਾ ਕਦੇ ਫੜੀਆਂ, ਉਹ ਵੀ ਬੰਦੇ ਮੈਦਾਨੇ ਜੰਗ ਦੇ ਵਿੱਚ ਅਦੁੱਤੀ ਸੂਰਮੇ ਬਣ ਕੇ ਮੁਕਾਬਲਾ ਕਰਦੇ ਸੀ। ਜਦ ਸਿੰਘਾਂ ਦੇ ਇਹੋ ਜਿਹੇ ਕਰਾਰੇ ਜੋਹਰ ਮੁਗਲ ਫੌਜਾਂ ਨੇ, 22 ਧਾਰ ਦੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੇਖੇ ਹਨ, ਤਾਂ ਉਹਨਾਂ ਸਾਰਿਆਂ ਨੇ ਭਾਵੇਂ ਦਾ ਪੇਜ ਤਾਂ ਬੜੇ ਵਰਤੇ, ਉਹਨਾਂ ਨੇ ਧੋਖਾ, ਫਰੇਬ, ਝੂਠੀਆਂ ਸੌਹਾਂ, ਕਸਮਾਂ, ਬੜਾ ਕੁਝ ਕਰਕੇ ਵੇਖਿਆ, ਲੇਕਿਨ ਸਿੰਘਾਂ ਦੇ ਨਾਲ ਬਰਾਬਰੀ ਦੇ ਵੀ ਟਿਕ ਨਹੀਂ ਸਕੇ। ਕਹਿੰਦੇ ਉਸ ਵੇਲੇ ਜਿਹੜੇ ਮੁਗਲ ਸਿਪਾਹੀ, ਮੁਗਲ ਫੌਜੀ ਸੀ ਨਾ, ਉਹ ਕਈ ਵਾਰ ਕੀ ਕਰਦੇ ਸੰਗਤ ਜੀ, ਆਪਣੇ ਕਾਜੀ ਮੌਲਵੀ ਜਿਹੜੇ ਹੁੰਦੇ ਸੀ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਕੁਰਾਨ ਸ਼ਰੀਫ ਦੀਆਂ ਕਈ ਤਰ੍ਹਾਂ ਦੀਆਂ ਆਇਤਾਂ, ਜਿਹੜੀਆਂ ਕਲਮਾਂ ਹੁੰਦੀਆਂ ਸੀ, ਉਹਨਾਂ ਕਲਮਾਂ ਨੂੰ ਪੜ੍ਹ ਕੇ, ਉਹਨਾਂ ਆਇਤਾਂ ਨੂੰ ਪੜ੍ਹ ਕੇ ਨਾ ਆਪੋ ਆਪਣੀ ਰੱਖਿਆ ਵਾਸਤੇ ਉਹ ਮੰਤਰਾਂ ਦੀ ਵਰਤੋਂ ਕਰਦੇ ਸੀ, ਜਿਸ ਕਰਕੇ ਸਿੰਘਾਂ ਦੇ ਉੱਪਰ ਉਹਨਾਂ ਦਾ ਜ਼ੋਰ ਚੱਲ ਸਕੇ, ਸਿੰਘਾਂ ਨੂੰ ਤਗੜੀ ਮਾਰ ਪਾਈ ਜਾਵੇ ਤੇ ਉਹਨਾਂ ਦਾ ਆਪ ਦਾ ਬਚਾਅ ਹੋਵੇ। ਉਹ ਇਹੋ ਜਿਹੀ ਨੀਤੀ ਵਰਤਦੇ ਸੀ, ਕਿਉਂਕਿ ਸਦਾ ਤੋਂ ਸੰਗਤ ਜੀ ਇਹ ਯੁੱਧ ਦੀ ਨੀਤੀ ਦੇ ਵਿੱਚ ਦੱਸਿਆ ਜਾਂਦਾ ਹੈ, ਕਹਿੰਦੇ ਜੰਗ ਯੁੱਧ ਦੇ ਵਿੱਚ ਤੇ ਪ੍ਰੇਮ ਦੇ ਵਿੱਚ ਕਹਿੰਦੇ ਹਰ ਚੀਜ਼ ਪ੍ਰਵਾਨ ਹੁੰਦੀ ਹੈ। ਆਪਣੇ ਬੈਰੀ ਨੂੰ, ਆਪਣੇ ਦੁਸ਼ਮਣ ਦੇ ਉੱਪਰ ਜਿੱਤ ਪ੍ਰਾਪਤ ਕਰਨ ਦੇ ਵਾਸਤੇ ਭਾਵੇਂ ਕੁਛ ਵੀ ਕੀਤਾ ਜਾਵੇ, ਉਹ ਪ੍ਰਮਾਣ ਮੰਨਿਆ ਜਾਂਦਾ ਹੈ। ਸੋ ਜਦੋਂ ਕਲਮਾਂ ਦਾ, ਆਇਤਾਂ ਦਾ ਸਹਾਰਾ ਲੈਂਦੇ ਸੀ ਨਾ ਸਿੰਘਾਂ ਨੇ, ਤੇ ਆਪਣੇ ਸਰੀਰਕ ਬਲ ਦੇ ਨਾਲ, ਆਪਣੇ ਸਰੀਰ ਦੀ ਤਾਕਤ ਦੇ ਨਾਲ, ਆਪਣੀ ਯੁੱਧ ਵਿਦਿਆ ਦੀ ਕੁਸ਼ਲਤਾ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨਾ। ਲੇਕਿਨ ਉਹਨਾਂ ਦੁਸ਼ਟਾਂ ਬੇਈਮਾਨਾਂ ਨੇ ਨਾ ਸੰਗਤ ਜੀ ਟੂਣਾ ਟਾਣਕਾ ਵਰਤ ਕੇ ਨਾ ਕਈ ਵਾਰ ਫਿਰ ਇਹੋ ਜਿਹੇ ਕਰਮ ਕਰਦੇ ਸੀ, ਜਿਸ ਕਰਕੇ ਸਿੱਖਾਂ ਦੇ ਵਾਰ ਨਿਸਫਲ ਚਲੇ ਜਾਂਦੇ ਸੀ, ਯੋਧਿਆਂ ਸਿੰਘਾਂ ਦੇ। ਉਸ ਵੇਲੇ ਸਿੰਘਾਂ ਨੂੰ ਜਦ ਪਤਾ ਲੱਗਿਆ ਨਾ, ਸਿੰਘਾਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਜੀ ਆਪ ਜੀ ਵੀ ਕਿਰਪਾ ਕਰਕੇ ਸਾਨੂੰ ਕੋਈ ਇਹੋ ਜਿਹੀ ਪਾਵਨ ਗੁਰਬਾਣੀ ਦੀ ਦਾਤ ਬਖਸ਼ਿਓ, ਜਿਸ ਕਰਕੇ ਉਹਨਾਂ ਦੁਸ਼ਟਾਂ ਮੁਗਲਾਂ ਦਾ, ਉਹਨਾਂ ਦਾ ਕੋਈ ਵਾਰ ਸਾਡੇ ਤੇ ਨਾ ਚੱਲੇ, ਤੇ ਸਾਡੇ ਚਲਾਏ ਵਾਰ ਉਹਨਾਂ ਤੇ ਢਾਡੇ ਪੈਣ, ਉਹਨਾਂ ਦਾ ਚੰਗਾ ਚੋਖਾ ਘਾਤ ਹੋ ਜਾਵੇ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਫੇਰ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਇਹ ਪਾਵਨ ਬਾਣੀ ਦਾ ਉਚਾਰਨ ਕੀਤਾ ਸੀ, ਜੋ ਬ੍ਰਹਮ ਕਵਚ ਨਾਮ ਦੀ ਪਾਵਨ ਬਾਣੀ ਹੈ। ਸੱਚੇ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਦੇ ਵਿੱਚ ਇਸ ਪਾਵਨ ਬਾਣੀ ਦਾ ਉਚਾਰਨ ਕੀਤਾ। ਤੇ ਸੰਗਤ ਜੀ ਕਈ ਵਾਰ ਨਾ ਸਮਝੀ ਦੇ ਵਿੱਚ ਮਾਫ ਕਰਨਾ, ਲੇਕਿਨ ਸੱਚਾ ਬਚਨ ਹੈ। ਸਾਡੇ ਪੰਥ ਦੇ ਵਿੱਚ ਵੀ ਕਈ ਮੁਗਲਾਂ ਦੀਆਂ ਔਲਾਦਾਂ ਜਿਹੜੀਆਂ ਪੈਦਾ ਹੋ ਗਈਆਂ ਨਾ, ਤੁਰਕਾਂ ਦੇ, ਮਲੇਸ਼ਾਂ ਦੇ ਜਿਹੜੇ ਬੀਜ ਪੈਦਾ ਹੋ ਗਏ, ਉਹ ਕਈ ਵਾਰ ਕਈ ਸੰਪਰਦਾਵਾਂ ਦੇ ਕਈ ਥਾਵਾਂ ਤੇ ਮੁਖੀ ਵੀ ਬਣ ਕੇ ਬੈਠੇ ਹੈ। ਉਹ ਸਤਿਗੁਰੂ ਜੀ ਦੀ ਇਸ ਪਾਵਨ ਬਾਣੀ ਦੀ ਨਿੰਦਾ ਕਰਦੇ ਹੈ ਕਿ ਸਤਿਗੁਰੂ ਜੀ ਦੀ ਬਾਣੀ ਨਹੀਂ, ਕਿਉਂਕਿ ਕਹਿੰਦੇ ਕਿਸੇ ਗ੍ਰੰਥ ਵਿੱਚ ਲਿਖਤ ਰੂਪ ਦੇ ਵਿੱਚ ਮਿਲਦੀ ਨਹੀਂ। ਉਹਨਾਂ ਅਕਲ ਦੇ ਕੱਚਿਆਂ ਨੂੰ, ਉਹਨਾਂ ਨਾ ਸਮਝਾਂ ਨੂੰ ਇਹ ਨਹੀਂ ਪਤਾ, ਸਾਡੇ ਪੰਥ ਦੇ ਵਿੱਚ ਸਿਰਫ ਜੇ ਅਸੀਂ ਬ੍ਰਹਮ ਕਵਚ ਸਾਹਿਬ ਜੀ ਦੀ ਇਹ ਪਾਵਨ ਬਾਣੀ ਨੂੰ ਵੇਖੀਏ, ਇਸ ਤੋਂ ਅਲੱਗਾ, ਇਸ ਤੋਂ ਬਿਨਾਂ ਵੀ ਬਥੇਰੀਆਂ ਇਹੋ ਜਿਹੀਆਂ ਚੀਜ਼ਾਂ ਨੇ, ਬੇਅੰਤ ਚੀਜ਼ਾਂ, ਜਿਨ੍ਹਾਂ ਦਾ ਲਿਖਤੀ ਪ੍ਰਮਾਣ ਕੋਈ ਹੈ ਨਹੀਂ, ਲੇਕਿਨ ਸੀਨਾ ਬਸੀਨਾ ਉਹ ਚੀਜ਼ਾਂ ਤੁਰੀਆਂ ਆ ਰਹੀਆਂ ਨੇ ਸਾਡੇ ਕੋਲ। ਹੁਣ ਜਿਵੇਂ ਕੜਾਹ ਪ੍ਰਸ਼ਾਦ ਦੇ ਦੇਗ ਦੀ ਮਰਜ਼ਾਦਾ ਨਾ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਵਿੱਚ ਦਰਜ ਹੈ, ਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਫਿਰ ਕਿ ਅਸੀਂ ਗੁਰੂ ਘਰਾਂ 'ਚ ਕੜਾਹ ਪ੍ਰਸ਼ਾਦ ਦਾ ਭੋਗ ਵੀ ਲਾਉਣਾ ਬੰਦ ਕਰ ਦਿਆਂਗੇ? ਫਿਰ ਜੋ ਅਸੀਂ ਫਤਿਹ ਗਜਾਉਂਦੇ ਹਾਂ ਸਤਿਗੁਰਾਂ ਦੇ ਪਾਵਨ ਹਜ਼ੂਰੀ ਦੇ ਵਿੱਚ, ਸੰਪੂਰਨ ਫਤਿਹ ਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੀ ਹੈ, ਤੇ ਨਾ ਸੰਪੂਰਨ ਫਤਿਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ। ਫਿਰ ਕਿ ਅਸੀਂ ਫਤਿਹ ਵੀ ਗਜਾਉਣੀ ਛੱਡ ਦਿਆਂਗੇ? ਜੋ ਅਰਦਾਸ ਨਿਤ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹਜ਼ੂਰੀ ਵਿੱਚ ਕਰਦੇ ਹਾਂ, ਠੀਕ ਹੈ, ਅਰਦਾਸ ਦੀ ਪਹਿਲੀ ਪੌੜੀ ਭਾਵੇਂ ਚੰਡੀ ਦੀ ਵਾਰ ਵਿੱਚ ਆਉਂਦੀ ਹੈ, ਲੇਕਿਨ ਬਾਅਦ ਦੀਆਂ ਜਿੰਨੀਆਂ ਬੇਨਤੀਆਂ ਇਹ ਕਿਹੜੇ ਗ੍ਰੰਥ ਵਿੱਚ ਹੈ ਭਲਾ? ਇਹ ਤਾਂ ਸੀਨਾ ਬਸੀਨਾ ਸਾਡੇ ਕੋਲ ਤੁਰੇ ਆਏ ਖਜ਼ਾਨੇ ਹੈ ਨਾ। ਇਸ ਲਈ ਸੰਗਤ ਜੀ ਉਹਨਾਂ ਮਤ ਦੇ ਕੱਚਿਆਂ ਦੀ, ਉਹਨਾਂ ਦੁਸ਼ਟਾਂ, ਉਹਨਾਂ ਮੂਰਖਾਂ ਦੀ ਜਿਹੜੀ ਬੋਲੀ ਹੈ, ਉਹਨੂੰ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਦੇਣਾ, ਤੇ ਸਦਾ ਇਹ ਵਚਨ ਯਾਦ ਰੱਖਣਾ ਕਿ ਜੋ ਪਾਵਨ ਬਾਣੀ ਹੈ ਸੀਨਾ ਬਸੀਨਾ, ਜਿਵੇਂ ਗੁਰੂ ਘਰ ਦੇ ਵਿੱਚ ਕਈ ਪਦਾਰਥਾਂ ਦੀਆਂ ਮਰਜ਼ਾਦਾ, ਲੰਗਰ ਦੀ ਮਰਜ਼ਾਦਾ, ਵਿਵੇਕ ਦੀ ਮਰਜ਼ਾਦਾ, ਇਹ ਸੀਨਾ ਬਸੀਨਾ ਜੋ ਚੱਲੀ ਆਈ ਹੈ, ਇਸੇ ਤਰ੍ਹਾਂ ਇਹ ਪਾਵਨ ਬਾਣੀ ਵੀ ਸੀਨਾ ਬਸੀਨਾ ਸਾਡੇ ਕੋਲ ਚੱਲੀ ਆਈ ਹੈ। ਸਾਡਾ ਫਰਜ਼ ਹੈ, ਗੁਰੂ ਕੀ ਪਿਆਰੀਆਂ ਲਾਡਲੀਆਂ ਫੌਜਾਂ ਬੜੇ ਸ਼ਰਧਾ ਦੇ ਸਹਿਤ ਇਸ ਪਾਵਨ ਬਾਣੀ ਦਾ ਜਾਪ ਕਰਦੀਆਂ ਹਨ ਤੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਦੀਆਂ। ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਹ ਪਾਵਨ ਬਾਣੀ ਉਚਾਰਨ ਕੀਤੀ ਨਾ, ਤੇ ਨਾਲ ਸਿੰਘਾਂ ਨੂੰ ਇਹ ਬਚਨ ਵੀ ਕਹੇ ਕਿ ਇਹ ਪਾਵਨ ਬਾਣੀ ਦਾ ਬੜੇ ਵਿਧੀ ਸਹਿਤ ਇਹਦਾ ਜਾਪ ਕਰਨਾ। ਜਿਵੇਂ ਆਪ ਸਭ ਨੂੰ ਸ਼ਾਇਦ ਪਤਾ ਹੀ ਹੋਵੇ
ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਜਿੱਥੇ ਸਿੰਘ ਸਾਹਿਬ ਜੀ ਸੇਵਾ ਕਰਦੇ ਹਨ, ਉੱਥੇ ਕਰਾਮਾਤੀ ਸ੍ਰੀ ਸਾਹਿਬ ਵੀ ਹੈ। ਪੁਰਾਤਨ ਸਮੇਂ ਸੰਗਤ ਜੀ ਜਿਨ੍ਹਾਂ ਯੋਧਿਆਂ ਦੇ, ਜਿਨ੍ਹਾਂ ਮਹਾਪੁਰਸ਼ਾਂ ਦੇ ਉੱਥੇ ਸਾਰੇ ਸ਼ਸਤਰ ਵਿਰਾਜਮਾਨ ਹੈ, ਉਹਦੇ ਵਿੱਚ ਇੱਕ ਸ਼ਸਤਰ ਜਿਹਨੂੰ ਕਰਾਮਾਤੀ ਸ੍ਰੀ ਸਾਹਿਬ ਕਿਹਾ ਜਾਂਦਾ ਹੈ। ਉਸ ਪਾਵਨ ਸ਼ਸਤਰ ਨੂੰ ਸੰਗਤ ਜੀ ਸਾਹਮਣੇ ਪ੍ਰਕਾਸ਼ਮਾਨ ਕਰਕੇ 1.25 ਲੱਖ ਦੇ ਕਿੰਨੇ ਹੀ ਸਾਰੇ ਜਾਪ, ਕਿੰਨੇ ਚਲੀਹੇ ਕੱਟੇ ਗਏ ਉਹਦੇ ਵਿੱਚ, ਉਹ ਸ਼ਸਤਰ ਨੂੰ ਪ੍ਰਕਾਸ਼ਮਾਨ ਕਰਕੇ, ਜਿਸ ਕਰਕੇ ਉਹ ਮੰਤਰ ਇੰਨਾ ਸਿੱਧ ਹੋ ਚੁੱਕਿਆ ਸੀ ਕਿ ਕਿੰਨੇ ਵੀ ਸ਼ਸਤਰਾਂ ਦੇ ਥੱਲੇ ਭਾਵੇਂ ਉਹਨੂੰ ਰੱਖ ਦਿੱਤਾ ਜਾਵੇ, ਅੰਮ੍ਰਿਤ ਵੇਲੇ ਸ਼ਸਤਰ ਆਪਣੇ ਆਪ ਸਭ ਤੋਂ ਉੱਪਰ ਆ ਜਾਂਦਾ ਸੀ। ਇਹਦਾ ਅਰਥ ਇਹ ਹੋਇਆ ਕਿ ਸ਼ਸਤਰ ਜਦ ਸਿੱਧ ਹੋ ਜਾਂਦਾ ਸੰਗਤ ਜੀ, ਫਿਰ ਵੈਰੀ ਥੱਲੇ ਕਦੇ ਦਬਦਾ ਨਹੀਂ, ਕਿਸੇ ਦੀ ਮਾਰ ਹੇਠ ਕਦੇ ਦਬਦਾ ਨਹੀਂ, ਉਹ ਸਦਾ ਉੱਪਰ ਨੂੰ ਚੱਲੇਗਾ, ਦੁਸ਼ਟਾਂ ਜ਼ਾਲਮਾਂ ਨੂੰ ਦੱਬੇਗਾ। ਇਹਦਾ ਮਤਲਬ ਇਹ ਸੀ, ਸਦਾ ਜਿੱਤ ਕਰਾਉਣ ਵਾਲਾ। ਸੋ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦਾ ਉਚਾਰਨ ਕਰਕੇ ਆਪਣੇ ਪਿਆਰੇ ਖਾਲਸੇ ਨੂੰ ਨਾਲ ਬਚਨ ਕੀਤੇ ਕਿ ਖਾਲਸਾ ਜੀ ਇਸ ਪਾਵਨ ਬਾਣੀ ਦਾ ਨਿਤ ਜਾਪ ਕਰਨਾ, ਜਿਸ ਬਾਣੀ ਦੇ ਜਾਪ ਕਰਨ ਦਾ ਫਲ ਇਹ ਹੋਏਗਾ ਕਿ ਮੁਗਲਾਂ ਦੀ, ਉਹਨਾਂ ਮਲੇਛਾਂ ਦੀ ਚਲਾਈ ਹੋਈ ਕੋਈ ਵੀ ਕਲਮਾਂ ਦੀ ਆਇਤ ਜਾਂ ਉਹਨਾਂ ਦਾ ਚਲਾਇਆ ਕੋਈ ਵੀ ਵਾਰ ਉਹ ਤੁਹਾਡੇ ਉੱਪਰ ਕਦੇ ਅਸਰ ਨਹੀਂ ਕਰ ਸਕੇਗਾ। ਕਿਉਂਕਿ ਸਿਆਣਿਆਂ ਦਾ ਕਥਨ ਹੈ ਸੰਗਤ ਜੀ, ਲੋਹੇ ਨੂੰ ਲੋਹਾ ਕੱਟਦਾ ਹੈ, ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ, ਜਿਵੇਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਬਚਨ ਹੈ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅਡੋਲ ਹੈ, ਤੇ ਜੋ ਇਹ ਬਾਣੀ ਦਾ ਸਹਾਰਾ ਲੈਂਦਾ, ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨਹਿ ਅਸਥੰਮਨ। ਜਿਵੇਂ ਘਰ ਨੂੰ ਥੰਮ ਦਾ ਸਹਾਰਾ ਦੇ ਕੇ ਉਹਦੀ ਛੱਤ ਨੂੰ ਟਿਕਾਇਆ ਜਾਂਦਾ, ਇਸ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਕੋਲੇ ਬਾਣੀ ਦਾ ਸਹਾਰਾ ਹੋਵੇ, ਮੈਦਾਨੇ ਜੰਗ ਦੇ ਵਿੱਚ ਸੰਗਤ ਜੀ ਕਦੇ ਉਹਨਾਂ ਨੂੰ ਹਾਰ ਨਹੀਂ ਹੋ ਸਕਦੀ, ਸਦਾ ਉਹਨਾਂ ਦੀ ਜਿੱਤ ਤੇ ਸਦਾ ਚੜ੍ਹਦੀ ਕਲਾ ਹੋਵੇਗੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਚਨ ਸਾਨੂੰ ਇਸ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੇ ਹੈ, ਸ੍ਰੀ ਸਾਹਿਬ ਦੇ ਜੋ ਪਵਿੱਤਰ ਨਾਮ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਸਤਕਾਰਿਆ ਹੈ, ਸ਼ਸਤਰਾਂ ਨੂੰ ਸਤਕਾਰ ਦਿੱਤਾ ਤੇ ਕਿੰਨਾ ਵੱਡਾ ਮਾਨ ਬਖਸ਼ਿਆ ਹੈ, ਜੋ ਸਾਡੀ ਸਦਾ ਸਹਾਇਤਾ ਕਰਦੇ ਹਨ। ਸ਼ਸਤਰਾਂ ਨੂੰ ਪ੍ਰਕਾਸ਼ਮਾਨ ਕਰਕੇ ਬੜੇ ਵਿਧੀ ਦੇ ਸਹਿਤ ਇਸ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਯਾਦ ਰੱਖਣਾ, ਜੇ ਤੇ ਬੰਦਾ ਗ੍ਰਸਤੀ ਹੋਵੇ, ਗ੍ਰਸਤ ਦਾ ਪਹਿਰਾ ਕੀਤਾ ਹੋਇਆ ਹੋਵੇ, ਸਣੇ ਕੇਸ਼ੀ ਇਸ਼ਨਾਨ ਕਰਕੇ ਪਾਵਨ ਬਾਣੀ ਦਾ ਜਾਪ ਕਰਨਾ। ਜੇ ਸੋਚੇ ਕਰਿਆ, ਮਰਦਾਨ ਕਰਿਆ ਆਦਿ ਖੇਡੀ ਹੋਈ ਹੋਵੇ, ਸਰੀਰ ਦਾ ਪਿੰਡੇ ਦਾ ਇਸ਼ਨਾਨ ਕਰਕੇ, ਪਵਿੱਤਰ ਵਸਤਰਾਂ ਨੂੰ ਪਾ ਕੇ, ਸ਼ਸਤਰਾਂ ਨੂੰ ਪ੍ਰਕਾਸ਼ਮਾਨ ਕਰਕੇ, ਸੋਹਣਾ ਆਸਣ ਵਿਛਾ ਕੇ, ਧੂਪ ਜੋਤ ਆਦਿ ਜਗਾ ਕੇ, ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ, ਬੜੇ ਸਤਕਾਰ ਸਹਿਤ ਸੰਗਤ ਜੀ ਪਵਿੱਤਰ ਬਾਣੀ ਨੂੰ ਧਾਰਨ ਕਰਕੇ ਫਿਰ ਇਸ ਪਾਵਨ ਬਾਣੀ ਦਾ ਜਾਪ ਕਰਨਾ। ਮਨ ਦੇ ਵਿੱਚ ਸਤਿਗੁਰਾਂ ਦੀ ਭਾਵਨਾ ਰੱਖਣੀ, ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ, ਆਦਿ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਭਗਉਤੀ ਹੈ ਸ੍ਰੀ ਸਾਹਿਬ ਦੇ ਰੂਪ ਵਿੱਚ, ਉਸ ਸ਼ਕਤੀ ਨੂੰ ਆਪਣੇ ਸਨਮੁਖ ਜਾਣ ਕੇ ਇਸ ਬਾਣੀ ਦਾ ਜਾਪ ਕਰਨਾ। ਤੇ ਬਾਣੀ ਦਾ ਜਾਪ ਕਰਨ ਦੇ ਵੇਲੇ ਪੂਰੀਆਂ ਇਕਾਗਰਤਾ ਬਣਾ ਕੇ ਰੱਖਣੀ, ਕਿਉਂਕਿ ਜਿੰਨਾ ਜ਼ਿਆਦਾ ਸਾਡਾ ਸ਼ਸਤਰਾਂ ਦੇ ਵੱਲ ਧਿਆਨ ਹੋਏਗਾ ਨਾ, ਆਪ ਸਭ ਨੂੰ ਪਤਾ ਹੈ ਖੰਡੇ ਬਾਟੇ ਦਾ ਜਦ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਪੰਜ ਪਿਆਰੇ ਸਾਹਿਬਾਨ ਬਾਟੇ ਦੇ ਵਿੱਚ ਆਪਣੀ ਨਜ਼ਰ ਰੱਖ ਕੇ ਫਿਰ ਬਾਣੀ ਦਾ ਜਾਪ ਕਰਦੇ, ਤੇ ਉਸ ਪਾਣੀ ਦੇ ਵਿੱਚ ਨਜ਼ਰ ਰੱਖ ਕੇ ਪੂਰਾ ਧਿਆਨ ਰੱਖ ਕੇ ਜਾਪ ਕਰਨ ਦੇ ਨਾਲ ਉਹ ਜਿਹੜਾ ਪਾਣੀ ਹੈ ਫਿਰ ਉਹ ਅੰਮ੍ਰਿਤ ਬਣ ਕੇ ਪ੍ਰਗਟ ਹੁੰਦਾ ਹੈ, ਅੰਮ੍ਰਿਤ ਦੀ ਤਸੀਰ ਉਹਦੇ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਇਹ ਪਾਵਨ ਬਾਣੀ ਦਾ ਜਾਪ ਕਰਨ ਲੱਗਿਆ ਚਾਹੀਦਾ ਹੈ, ਜੇ ਤੇ ਬਾਣੀ ਕੰਠ ਹੈ ਫਿਰ ਸੰਗਤ ਜੀ ਗੁਰਸਿੱਖ ਪਿਆਰੇ ਨੂੰ ਚਾਹੀਦਾ ਹੈ ਸ਼ਸਤਰਾਂ ਦੇ ਉੱਪਰ ਨਜ਼ਰ ਰੱਖ ਕੇ, ਸ਼ਸਤਰਾਂ ਤੇ ਧਿਆਨ ਦੇ ਕੇ ਫਿਰ ਬਾਣੀ ਦਾ ਜਾਪ ਕੀਤਾ ਜਾਵੇ। ਇਧਰ ਉਧਰ ਧਿਆਨ ਦੇਣਾ ਜਾਂ ਗੱਲਾਂ ਬਾਤਾਂ ਵਿੱਚ ਧਿਆਨ ਦੇਣਾ ਇਹ ਵਿਕਾਰ ਵਾਲੀ ਬਿਰਤੀ ਹੈ। ਫਿਰ ਮਨ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਸਹਿਤ ਜਾਪ ਕਰਨਾ, ਪਾਤਸ਼ਾਹ ਜੀ ਕਾਰਜ ਸਾਰੇ ਸਿੱਧ ਕਰ ਦੇਣਗੇ। ਸੋ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਅਖਰੀ ਅਰਥ ਸਰਵਣ ਕਰਕੇ ਸਮਾਪਤੀ ਕਰੀਏ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਇੱਕ ਹੈ। ਓੰਕਾਰ ਜੋ ਸਾਰੇ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰੀ ਕਾਇਨਾਤ ਦਾ ਪ੍ਰਕਾਸ਼ਕ ਹੈ, ਵਿਸ਼ੇਸ਼ ਕਰਕੇ ਜਨਮ ਪਾਲਣਾ ਤੇ ਲੈਤਾ ਤੋਂ ਰਹਿਤ ਹੈ, ਆਪ ਸਭ ਨੂੰ ਜਨਮ ਦੇਣ ਵਾਲਾ, ਸਭ ਦੀ ਪਾਲਣਾ ਵੀ ਕਰਦਾ ਹੈ, ਫਿਰ ਅਖੀਰ ਤੇ ਸਭ ਦਾ ਨਾਸ਼ ਵੀ ਕਰਦਾ ਹੈ। ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਦੀ ਕਿਰਪਾ ਦੇ ਨਾਲ, ਸੱਚੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੋ ਪੂਜਣ ਯੋਗ ਹੈ, ਸਾਰੇ ਸੰਸਾਰ ਦਾ ਪੂਜਯ ਹੈ, ਉਸ ਪਰਮ ਪਿਤਾ ਪਰਮੇਸ਼ਰ ਦੀ ਹੀ ਜਿੱਤ ਹੈ। ਵਾਹਿਗੁਰੂ ਵਾਹਿ ਨਾਮ ਅਚਰਜ ਕੋ ਹੋਈ। ਵਾਹਿ ਦਾ ਅਰਥ ਹੈ ਅਚਰਜ ਰੂਪ ਪਰਮਾਤਮਾ, ਜਿਸ ਦੇ ਵਰਗਾ ਨਾ ਕੋਈ ਹੈ, ਨਾ ਹੋਇਆ ਤੇ ਨਾ ਹੋਵੇਗਾ। ਗੂ ਕਹੀਏ ਅਗਿਆਨਤਾ ਦਾ ਅੰਧੇਰਾ ਤੇ ਰੂ ਕਹੀਏ ਗਿਆਨ ਦਾ ਪ੍ਰਕਾਸ਼। ਅਚਰਜ ਰੂਪ ਵਾਹਿਗੁਰੂ ਜੋ ਅਗਿਆਨਤਾ ਦੇ ਹਨੇਰੇ ਨੂੰ
ਗਿਆਨ ਦੇ ਪ੍ਰਕਾਸ਼ ਨਾਲ ਦੂਰ ਕਰਨ ਵਾਲਾ ਹੈ। ਇਹੋ ਜਿਹਾ ਜੋ ਅਦੁੱਤੀ ਵਾਹਿਗੁਰੂ ਹੈ, ਉਸ ਵਾਹਿਗੁਰੂ ਜੀ ਦੀ ਹੀ ਜਿੱਤ ਹੈ। ਤੇ ਜੋ ਵੀ ਇਸ ਬਾਣੀ ਦਾ ਸਹਾਰਾ ਲਏਗਾ, ਆਪਣੇ ਮੂੰਹੋਂ ਇਸ ਬਾਣੀ ਦਾ ਜਾਪ ਕਰੇਗਾ, ਉਹਨਾਂ ਦੀ ਵੀ ਫਤਿਹ ਹੋਏਗੀ। ਉਹਨਾਂ ਦੇ ਹਰ ਇੱਕ ਕਾਰਜ ਸਿੱਧ ਹੋਣਗੇ, ਭਾਵੇਂ ਉਹ ਕਾਰਜ ਸੰਸਾਰਕ ਹੋਵੇ ਭਾਵੇਂ ਪਰਮਾਰਥਕ ਹੋਵੇ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋਣਗੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਪਣੇ ਮੁਖੋਂ ਉਚਾਰਨ ਕਰਦੇ ਹਨ। ਬ੍ਰਹਮ ਕਵਚ ਇਸ ਬਾਣੀ ਦਾ ਨਾਮ ਕਿਉਂ ਰੱਖਿਆ ਗਿਆ ਹੈ ਸੰਗਤ ਜੀ? ਬ੍ਰਹਮ ਦਾ ਅਰਥ ਆਪ ਜੀ ਨੇ ਬ੍ਰਹਮਾ ਤੋਂ ਨਹੀਂ ਲੈਣਾ। ਬ੍ਰਹਮ ਦਾ ਅਰਥ ਹੈ ਇੱਕ ਇਹੋ ਜੀ ਸ਼ਕਤੀ ਜੋ ਅਨੰਤ ਬ੍ਰਹਮੰਡਾਂ ਨੂੰ ਚਲਾ ਰਹੀ ਹੈ। ਉਸ ਅਨੰਤ ਬ੍ਰਹਮੰਡਾਂ ਨੂੰ ਚਲਾਉਣ ਵਾਲੀ ਜਿਹੜੀ ਸ਼ਕਤੀ ਹੈ, ਉਸ ਮਹਾਨ ਸ਼ਕਤੀ ਦੀ ਉਸਤਤ ਇਸ ਪਾਵਨ ਬਾਣੀ ਦੇ ਵਿੱਚ ਕੀਤੀ ਗਈ ਹੈ। ਕਵਚ ਦਾ ਅਰਥ ਹੁੰਦਾ ਹੈ ਜਿਵੇਂ ਮੈਦਾਨੇ ਜੰਗ ਦੇ ਵਿੱਚ ਆਪਣੇ ਸਰੀਰ ਦੀ ਰੱਖਿਆ ਕਰਨ ਵਾਸਤੇ, ਤੀਰਾਂ ਤੋਂ ਸ਼ਸਤਰਾਂ ਤੋਂ ਰੱਖਿਆ ਕਰਨ ਵਾਸਤੇ ਯੋਧੇ ਸੂਰਮੇ ਕਵਚ ਧਾਰਨ ਕਰਕੇ ਜਾਂਦੇ, ਜਿਸ ਕਰਕੇ ਉਹਨਾਂ ਦਾ ਬਚਾਅ ਹੁੰਦਾ ਹੈ। ਇਸ ਤਰ੍ਹਾਂ ਜੋ ਵੀ ਜੀ ਇਸ ਬਾਣੀ ਦੀ ਸਹਾਇਤਾ ਲਵੇਗਾ, ਓਟ ਆਸਰਾ ਲਵੇਗਾ, ਉਹਨਾਂ ਦੀ ਸਰੀਰ ਦੇ ਪੱਖੋਂ ਵੀ, ਆਤਮਿਕ ਪੱਖੋਂ ਵਿਕਾਰਾਂ ਵੱਲੋਂ, ਸਰੀਰਕ ਪੱਖੋਂ ਬਿਮਾਰੀਆਂ, ਰੋਗਾਂ, ਕਲੇਸ਼ਾਂ ਵੱਲੋਂ, ਦੁਸ਼ਮਣ ਦੇ ਵਾਰ ਵੱਲੋਂ ਉਹਨਾਂ ਦੀ ਸਹਾਇਤਾ ਹੋਵੇਗੀ। ਇਸ ਪਾਵਨ ਬਾਣੀ ਦਾ ਮਹਾਤਮ ਇਹ ਹੈ। ਖੜਗ ਖੰਡਾ ਅਸੀ ਅਰਗਰ ਧਰਮ ਰਛ ਤਗ ਛਤਰੀ। ਹੁਣ ਸੱਚੇ ਪਾਤਸ਼ਾਹ ਜੀ ਸ੍ਰੀ ਸਾਹਿਬ ਦੇ ਪਵਿੱਤਰ ਨਾਮਾਂ ਨੂੰ ਸੰਬੋਧਨ ਕਰਕੇ ਸ਼ਸਤਰਾਂ ਦੀ ਸਿਫਤ ਕਰਦੇ ਹਨ। ਖੜਗ, ਖੜਗ ਨਾਮ ਹੈ ਸ੍ਰੀ ਸਾਹਿਬ ਦਾ। ਖੜਗ ਦਾ ਅਰਥ ਹੈ ਮਜ਼ਬੂਤ, ਜੋ ਬਹੁਤ ਪੱਕੀ ਹੋਵੇ, ਜੋ ਕਿਸੇ ਤੋਂ ਹਾਰ ਨਾ ਮੰਨਦੀ ਹੋਵੇ। ਖੰਡਾ ਇਹ ਸ਼ਕਤੀ ਦਾ ਪ੍ਰਤੀਕ ਹੈ, ਸਾਰੇ ਸੰਸਾਰ ਨੂੰ ਸਿਰਜਣ ਵਾਲਾ। ਜਿਵੇਂ ਚੰਡੀ ਦੀ ਵਾਰ ਵਿੱਚ ਪਹਿਲਾ ਬਚਨ ਆਉਂਦਾ ਹੈ, ਖੰਡਾ ਪ੍ਰਥਮੈ ਸਾਚ ਕਾ ਜਿਨ ਸਭ ਸੰਸਾਰ ਉਪਾਇਆ। ਖੰਡਾ ਦੋ ਧਾਰਾ ਹੁੰਦਾ ਹੈ। ਇਹਦਾ ਮਤਲਬ ਕਿ ਅਕਾਲ ਪੁਰਖ ਵਾਹਿਗੁਰੂ ਆਪ ਜਨਮ ਵੀ ਦਿੰਦਾ ਹੈ ਤੇ ਸਭ ਨੂੰ ਮਾਰਦਾ ਵੀ ਹੈ। ਸੁੱਖ ਵੀ ਦੇਣ ਵਾਲਾ ਉਹ ਹੈ, ਦੁੱਖ ਵੀ ਉਹੀ ਦੇਣ ਵਾਲਾ ਹੈ, ਦੋਨਾਂ ਪੱਖਾਂ ਦਾ। ਦੋਹਾਂ ਸਿਰਿਆ ਕਾ ਆਪ ਸੁਆਮੀ, ਖੇਲਾ ਬਿਗਸੈ ਅੰਤਰਜਾਮੀ। ਸ਼ਕਤੀ ਸਰੂਪ ਵੀ ਉਹ ਵਾਹਿਗੁਰੂ ਆਪ ਹੈ। ਅਸ ਨਾਮ ਹੈ ਸ੍ਰੀ ਸਾਹਿਬ ਦਾ। ਅਸੀਂ ਅਰਗਰ, ਅਰੀ ਕਹਿੰਦੇ ਵੈਰੀ ਨੂੰ, ਗਰ ਕਹੀਏ ਗਾਲਣ ਵਾਲਾ, ਵੈਰੀਆਂ ਨੂੰ ਗਾਲਣ ਵਾਲਾ। ਖੜਗ ਖੰਡਾ ਅਸੀਂ ਅਰਗਰ ਧਰਮ ਰਛ, ਧਰਮ ਦੀ ਰੱਖਿਆ ਕਰਨ ਵਾਲੀ ਹੈ। ਜਿਸ ਦੀ ਸ਼ਕਤੀ ਨਾਲ, ਜਿਸ ਦੀ ਸਹਾਇਤਾ ਦੇ ਨਾਲ ਧਰਮ ਨੂੰ ਬਚਾਇਆ ਜਾਂਦਾ ਹੈ। ਤਗ ਛਤਰੀ, ਛਤਰੀ ਨਾਮ ਹੈ ਯੋਧੇ ਸੂਰਬੀਰ ਦਾ। ਸੰਸਾਰ ਦੀ ਸਭ ਤੋਂ ਵੱਡੀ ਸੂਰਮਤਾਈ ਧਾਰਨ ਕਰਨ ਵਾਲੀ ਕੌਣ ਹੈ? ਉਹ ਹੈ ਸ੍ਰੀ ਸਾਹਿਬ, ਸ੍ਰੀ ਭਗਉਤੀ ਜੀ। ਸੰਸਾਰ ਦੀ ਸਭ ਤੋਂ ਵੱਡੀ ਸੂਰਮਤਾਈ ਇਹਨਾਂ ਸ਼ਸਤਰਾਂ ਦੇ ਵਿੱਚ ਹੈ। ਵਿਸ਼ਵਪਾਲ, ਸੰਸਾਰ ਦੀ ਪਾਲਣਾ ਕਰਨ ਵਾਲੀ, ਤੇ ਜਿਸ ਦੀ ਸ਼ਕਤੀ ਦੇ ਨਾਲ ਬਾਦਸ਼ਾਹ, ਰਾਜਿਆਂ, ਮਹਾਰਾਜਿਆਂ ਨੂੰ ਰਾਜ ਪ੍ਰਾਪਤ ਹੁੰਦਾ ਹੈ। ਉਹ ਆਪਣੇ ਪ੍ਰਜਾ ਦੀ, ਦੇਸ਼ ਦੀ ਪਾਲਣਾ ਕਰਦੇ ਹਨ। ਭੂਪਾਲ, ਉਹ ਨਾਮ ਹੈ ਸੰਗਤ ਜੀ ਧਰਤੀ ਦਾ। ਪਾਲ ਕਹੀਏ ਧਰਤੀ ਦੀ ਪਾਲਣਾ ਕਰਨ ਵਾਲੀ, ਜਿਸ ਦੀ ਸਹਾਇਤਾ ਲੈ ਕੇ ਹੀ ਧਰਤੀ ਦੇ ਉੱਪਰ ਸ਼ਾਂਤੀ ਬਣਾ ਕੇ ਬਰਕਰਾਰ ਰੱਖੀ ਜਾ ਸਕਦੀ ਹੈ। ਪਲ ਭਛ, ਵਿਸ਼ਵਪਾਲ ਭੂਪਾਲ ਪਛ, ਰਾਜਿਆਂ ਦਾ, ਜੋ ਧਰਮ ਕਮਾਉਣ ਵਾਲੇ ਹਨ, ਉਹਨਾਂ ਦਾ ਪੱਖ ਲੈਣ ਵਾਲੀ। ਪਲ ਭਛ, ਪਲ ਨਾਮ ਹੈ ਮਾਸ ਦਾ। ਭਛ ਕਹੀਏ ਖਾਣ ਵਾਲੀ, ਮਾਸ ਹੀ ਜਿਸ ਦੀ ਖੁਰਾਕ ਹੈ, ਮਾਸ ਖਾਣ ਵਾਲੀ। ਪਲ ਭਛ ਰਣ ਕਛ ਅਤਰੀ, ਮੈਦਾਨੇ ਜੰਗ ਦੇ ਵਿੱਚ ਬੜੀ ਕਰਾਰੀ ਮਾਰ ਪਾਉਣ ਵਾਲੀ, ਮੈਦਾਨੇ ਜੰਗ ਦੇ ਵਿੱਚ ਜਿੱਤ ਦਿਵਾਉਣ ਵਾਲੀ, ਇਹੋ ਜੀ ਸ੍ਰੀ ਸਾਹਿਬ ਹੈ। ਰਾਜ ਮੰਡਾ, ਮੰਡਾ ਨਾਮ ਹੈ ਕਾਇਮ ਕਰਨ ਵਾਲੀ। ਰਾਜ ਭਾਗ, ਬਾਦਸ਼ਾਹੀ ਕਾਇਮ ਕਰਕੇ ਦਿੰਦੀ ਹੈ ਇਹ ਪਾਵਨ ਸ੍ਰੀ ਸਾਹਿਬ, ਇਹ ਭਗਉਤੀ। ਅਤ ਪ੍ਰਚੰਡਾ, ਅਤ ਤੋਂ ਅਤੀ, ਬਹੁਤ ਮਹਾਨ ਬਲਵਾਨ ਹੈ, ਬੜਾ ਭਾਰੀ ਇਹਦਾ ਪ੍ਰਤਾਪ ਹੈ। ਰਾਜ ਮੰਡਾ ਅਤ ਪ੍ਰਚੰਡਾ। ਈਸ਼ਵਰੀ, ਈਸ਼ਵਰ ਨਾਮ ਹੈ ਵਾਹਿਗੁਰੂ ਪਰਮਾਤਮਾ। ਉਸ ਪਰਮਾਤਮਾ ਦੀ ਸ਼ਕਤੀ ਹੈ, ਉਸ ਪਰਮਾਤਮਾ ਦੀ ਪ੍ਰਤੱਖ ਜ਼ਾਹਰ ਕਲਾ ਹੈ ਇਹਦੇ ਵਿੱਚ। ਈਸ਼ਵਰੀ ਕਰਵਾਰ ਹੈ, ਹੱਥ ਦੀ ਸਹਾਇਤਾ, ਹੱਥ ਦੀ ਸਹਾਈ ਬਣ ਕੇ, ਹੱਥ ਦਾ ਯਾਰ ਬਣ ਕੇ, ਆਪਣੇ ਹੱਥ ਨੂੰ ਧਾਰਨ ਕਰਨ ਵਾਲੀ, ਆਪਣੇ ਹੱਥ ਦੇ ਵਿੱਚ ਧਾਰਨ ਕਰਨ ਵਾਲੀ ਹੈ ਇਹ ਪਾਵਨ ਸ੍ਰੀ ਸਾਹਿਬ। ਸ਼ਕਤ ਬ੍ਰਹਮਣੀ ਵੈਸ਼ਨਵੀ, ਸ਼ਕਤ ਬ੍ਰਹਮੀ ਵੈਸ਼ਨਵੀ, ਭਵਾਨੀ ਤੂੰ ਤਰਵਾਰ ਹੈ। ਇਹ ਸ਼ਕਤੀ ਸਰੂਪ ਹੈ। ਜਿਵੇਂ ਸ਼ਕਤੀ ਦਾ ਆਦ ਅੰਤ, ਕੋਈ ਸਿਰਾ ਕੋਈ ਧੁਰਾ ਨਹੀਂ ਹੁੰਦਾ, ਉਹ ਹਰ ਥਾਂ ਤੇ ਪ੍ਰਵਿਰਤ ਹੁੰਦੀ ਹੈ। ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਹ ਸ਼ਕਤੀ ਸਰਗੁਣ ਸਰੂਪ ਦੇ ਵਿੱਚ ਹੋ ਕੇ ਪ੍ਰਵਿਰਤ ਹੋ ਰਹੀ ਹੈ। ਸ਼ਕਤ ਬ੍ਰਹਮੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਸਾਰੇ ਸੰਸਾਰ ਨੂੰ ਪੈਦਾ ਕਰਦੀ ਹੈ। ਇਹ ਸ਼ਸਤਰ ਦੇ ਵਿੱਚ ਵੀ ਉਹ ਸ਼ਕਤੀ ਬਰਕਰਾਰ ਹੈ, ਜੋ ਰਾਜ ਭਾਗ ਨੂੰ, ਬਾਦਸ਼ਾਹੀ ਨੂੰ ਜਨਮ ਦਿੰਦੀ ਹੈ। ਵੈਸ਼ਨਵੀ, ਜਿਵੇਂ ਵਿਸ਼ਨੂੰ ਜੀ ਦਾ ਕੰਮ ਹੈ ਸੰਸਾਰ ਨੂੰ ਪਦਾਰਥਾਂ ਦੇ ਨਾਲ ਭਰਨਾ, ਪਦਾਰਥਾਂ ਦੀ ਦਾਤ ਦੇਣਾ। ਇਸ ਤਰ੍ਹਾਂ ਇਹ ਜੋ ਸ੍ਰੀ ਸਾਹਿਬ ਹੈ, ਇਹ ਜੋ ਭਗਉਤੀ ਹੈ, ਘਰਾਂ ਦੇ ਵਿੱਚ, ਦੇਸ਼ਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਸੰਪਰਦਾਵਾਂ ਦੇ ਵਿੱਚ, ਸਾਰੀਆਂ ਥਾਵਾਂ ਤੇ ਸੰਗਤ ਜੀ ਪਦਾਰਥਾਂ ਨੂੰ, ਸੁੱਖਾਂ ਨੂੰ, ਦਾਤਾਂ ਨੂੰ ਦੇਣ ਵਾਲੀ ਹੈ। ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ।
ਭਵ ਨਾਮ ਹੈ ਸੰਸਾਰ ਦਾ, ਆਨੀ ਕਹਿੰਦੇ ਲਿਆਉਣ ਵਾਲੀ, ਇਹ ਸੰਸਾਰ ਨੂੰ ਪ੍ਰਗਟ ਕਰਨ ਵਾਲੀ ਜੋ ਆਦਿ ਸ਼ਕਤੀ ਹੈ, ਇਹ ਉਸੇ ਦਾ ਸਰੂਪ ਹੈ। ਭਵਾਨੀ ਤੂੰ ਤਰਵਾਰ ਹੈ, ਤਰ ਕਈਏ ਥੱਲੇ, ਜੋ ਦੁਸ਼ਟ ਜ਼ਾਲਮ ਹਨ ਉਹਨਾਂ ਨੂੰ ਥੱਲੇ ਦਬ ਕੇ ਮਾਰਨ ਵਾਲੀ ਹੈ, ਉਹਨਾਂ ਦਾ ਨਾਸ਼ ਕਰ ਦੇਣ ਵਾਲੀ ਹੈ। ਨਿਤ ਜੋਤੀ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪਾਵਨ ਜੋਤ ਸਾਰੇ ਸੰਸਾਰ ਦੇ ਵਿੱਚ, ਕਿਤੇ ਹਵਾ ਦੇ ਰੂਪ ਵਿੱਚ, ਕਿਤੇ ਧਰਤੀ ਦੇ ਰੂਪ ਵਿੱਚ, ਕਿਤੇ ਰੁੱਖਾਂ ਦਰਖਤਾਂ ਦੇ ਰੂਪ ਦੇ ਵਿੱਚ, ਅਨੰਤ ਰੂਪ ਤੇਰੇ ਨਾਰਾਇਣ, ਅਨੰਤ ਰੂਪਾਂ ਨੂੰ ਜੋ ਧਾਰਨ ਕਰਕੇ ਸ਼ਕਤੀ ਨਿਵਾਸ ਕਰ ਰਹੀ ਹੈ, ਇਹ ਸ੍ਰੀ ਸਾਹਿਬ ਦੇ ਵਿੱਚ ਭਗਉਤੀ ਦੇ ਵਿੱਚ ਉਹੀ ਸ਼ਕਤੀ ਬਰਕਰਾਰ ਹੈ, ਵਿਰਾਜਮਾਨ ਹੈ। ਨਿਤ ਜੋਤੀ ਮੁਕਤਦਾਇਕ, ਤੇ ਜੋ ਵੀ ਇਹ ਸ੍ਰੀ ਸਾਹਿਬ ਨੂੰ ਧਾਰਨ ਕਰੇਗਾ, ਸਤਿਗੁਰੂ ਜੀ ਦਾ ਬਚਨ ਹੈ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ, ਜੋ ਇਹਨਾਂ ਸ਼ਸਤਰਾਂ ਨੂੰ ਧਾਰਨ ਕਰੇਗਾ, ਅਨੰਤ ਪਾਪ ਉਹਨਾਂ ਦੇ ਜੀਵਨ ਵਿੱਚੋਂ ਨਾਸ ਹੋ ਜਾਣਗੇ। ਉਹ ਧਰਮ ਕਮਾਵੇਗਾ, ਸੱਚ ਦੀ ਰਾਹ ਤੇ ਚੱਲੇਗਾ, ਮੁਕਤਦਾਇਕ, ਉਹਨੂੰ ਮੁਕਤੀ ਦੇਣ ਵਾਲੀ ਹੈ। ਨਿਤ ਜੋਤੀ ਮੁਕਤਦਾਇਕ, ਇਹ ਦੋ ਪਾਠ ਹੁੰਦੇ ਹਨ ਸਾਧ ਸੰਗਤ ਜੀ। ਕੋਈ ਥਾਵਾਂ ਤੇ ਧਰਾ ਧਾਰ ਵੀ ਹੈ, ਤੇ ਕੁਝ ਥਾਵਾਂ ਤੇ ਧਾਰਾ ਧਰ ਵੀ ਹੈ, ਤੇ ਕੁਝ ਥਾਵਾਂ ਤੇ ਧਾਰਾ ਧਾਰ ਵੀ ਹੈ। ਧਾਰ ਆਧਾਰ, ਇਹਨਾਂ ਦੋਨਾਂ ਸ਼ਬਦਾਂ ਦਾ ਜੋੜ ਬਣਦਾ ਹੈ ਧਾਰਾ ਧਾਰ, ਭਾਵ ਧਾਰ ਨੂੰ ਆਸਰਾ ਦੇਣ ਵਾਲੀ। ਜੇ ਧਾਰਾ ਧਾਰ ਪਾਠ ਕਰਾਂਗੇ, ਜੇ ਧਰਾ ਧਾਰ ਪੜਾਂਗੇ ਤਾਂ ਧਰਤੀ ਨੂੰ ਧਾਰਨ ਕਰਨ ਵਾਲੀ, ਧਰਤੀ ਦਾ ਸਹਾਰਾ ਬਣਨ ਵਾਲੀ। ਧਾਰਾ ਧਾਰ ਕਿਰਪਾਨ ਹੈ, ਕਿਰਪਾ ਦੇ ਕਰਨ ਵਾਲੀ ਹੈ, ਦੁਸ਼ਟਾ ਜ਼ਾਲਮਾਂ ਨੂੰ ਸੋਧ ਕੇ ਸਾਧੂ ਸੰਤ ਮਹਾਪੁਰਸ਼ਾਂ ਦੀ ਰੱਖਿਆ ਕਰਨ ਵਾਲੀ ਬੜੀ ਕਿਰਪਾ ਦਾ ਘਰ ਹੈ ਇਹ ਜੋ ਸ੍ਰੀ ਸਾਹਿਬ ਹੈ। ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ, ਕਾਲ ਕਾ ਗੁਣ ਖਾਨ ਹੈ। ਚੰਡਕਾ ਕਹੀਏ ਬੜੀ ਰੁਦਰ ਸਰੂਪ ਵਾਲੀ, ਜੋ ਮੈਦਾਨੇ ਜੰਗ ਦੇ ਵਿੱਚ ਇੱਕ ਵਾਰ ਜੇ ਪ੍ਰਵਿਰਤ ਹੋ ਜਾਵੇ, ਉਤਰ ਜਾਵੇ, ਤੇ ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਮੰਡਕਾ ਪੂਜਨ ਯੋਗ ਹੈ, ਸਤਕਾਰ ਯੋਗ ਹੈ। ਮ੍ਰਿਤਕਾ ਦੁਸ਼ਟਾ ਜ਼ਾਲਮਾਂ ਨੂੰ ਮਿੱਟੀ ਦੇ ਵਿੱਚ ਮਿਲਾਉਣ ਵਾਲੀ, ਮਿੱਟੀ ਦੇ ਵਿੱਚ ਨੇਸ ਤੋਂ ਨਾਬੂਦ ਕਰ ਦੇਣ ਵਾਲੀ ਹੈ। ਜਗਤ ਜਨਨੀ, ਸਾਰੇ ਸੰਸਾਰ ਨੂੰ ਜੋ ਸ਼ਕਤੀ ਪੈਦਾ ਕਰਦੀ ਹੈ, ਉਸੇ ਵਾਹਿਗੁਰੂ ਜੀ ਦੀ ਪਾਵਨ ਸ਼ਕਤੀ ਦਾ ਇਹ ਸਰਗੁਣ ਸਰੂਪ ਹੈ। ਕਾਲ ਕਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਹ ਸ਼ਕਤੀ ਮੰਨੀ ਜਾਂਦੀ ਹੈ, ਆਦਿ ਸ਼ਕਤੀ। ਉਸ ਵਾਹਿਗੁਰੂ ਜੀ ਦੀ ਸਿਫਤ ਦੇ ਨਾਲ ਭਿੱਜੀ ਹੋਈ ਹੈ, ਗੁਣ ਖਾਨ ਹੈ, ਬੇਅੰਤ ਗੁਣਾ ਦੀ ਭੰਡਾਰ ਹੈ। ਸ੍ਰੀ ਸਾਹਿਬ ਦੇ ਕਿੰਨੇ ਕੁ ਕੋਈ ਗੁਣ ਗਾ ਕੇ ਦੱਸ ਸਕਦਾ। ਮਹਾਰਾਜ ਕਹਿੰਦੇ ਗੁਣਾ ਦਾ ਭੰਡਾਰ ਹੈ, ਕਿੰਨੀ ਵੀ ਸਿਫਤ ਕਰੀਏ, ਸ਼ਸਤਰਾਂ ਦੀ ਸਿਫਤ ਕਦੇ ਸਮਾਪਤ ਨਹੀਂ ਹੋ ਸਕਦੀ। ਭਵ ਮਾਨ ਕਾ, ਸਾਰੇ ਸੰਸਾਰ ਦੀ ਪੂਜਣ ਯੋਗ ਹੈ। ਖਲ ਹਾਨ ਕਾ, ਖਲ ਨਾਮ ਹੈ ਮੂਰਖ ਦਾ, ਮੂਰਖਾਂ ਦਾ ਨਾਸ਼ ਕਰਨ ਵਾਲੀ। ਰਤ ਪਾਨ ਕਾ, ਰਤ ਨਾਮ ਹੈ ਲਹੂ ਦਾ, ਖੂਨ ਦਾ, ਖੂਨ ਪੀਣ ਵਾਲੀ, ਖੂਨ ਹੀ ਜਿਸ ਦੀ ਖੁਰਾਕ ਹੈ। ਜਗ ਮਾਨ ਹੈ, ਸਾਰਾ ਸੰਸਾਰ ਜਿਸ ਨੂੰ ਮੰਨਦਾ ਹੈ। ਇਹ ਕਵਚ ਬ੍ਰਹਮਾ ਕੋ ਬਤੀਸਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਹੁਣ ਇਸ ਪਾਵਨ ਬਾਣੀ ਦਾ ਸਾਨੂੰ ਮਹਾਤਮ ਦੱਸਦੇ ਹਨ ਕਿ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਪਾਵਨ ਬਾਣੀ ਦਾ ਪਾਠ ਕਰੇਗਾ, ਜਿਸ ਪਾਵਨ ਬਾਣੀ ਦੇ ਵਿੱਚ ਤਕਰੀਬਨ 32 ਨਾਮ ਸ੍ਰੀ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖ ਉਚਾਰਨ ਕੀਤੇ ਹਨ। ਇਹ ਕਵਚ ਬ੍ਰਹਮਾ ਕੋ ਬਤੀਸਾ ਪੜ੍ਹੈ ਜੋ ਨਿਤ ਛਤਰੀ, ਜੋ ਛਤਰੀ ਵਰਨ ਵਾਲਾ ਯੋਧਾ, ਜੋ ਵੀ ਸ਼ਰਧਾ ਭਾਵਨਾ ਦੇ ਨਾਲ ਸ਼ਸਤਰਾਂ ਨੂੰ, ਭਗਉਤੀ ਨੂੰ ਆਪਣਾ ਇਸ਼ਟ ਜਾਣ ਕੇ ਇਸ ਪਾਵਨ ਬਾਣੀ ਦਾ ਜਾਪ ਕਰੇਗਾ, ਮਹਾਰਾਜ ਕਹਿੰਦੇ ਉਹਨੂੰ ਕੀ ਫਲ ਮਿਲੇਗਾ, ਸੁਣ ਲੈਣਾ। ਫਿਰ ਰਣਜੀਤ ਲਹਿ, ਉਹ ਮੈਦਾਨੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰੇਗਾ। ਨਿਰਭੀਤ ਰਹਿ, ਨਿਰਭੀਤ, ਭੀਤ ਨਾਮ ਹੈ ਡਰ ਦਾ, ਉਹ ਨਿਡਰ ਬੇਖੌਫ ਹੋ ਕੇ ਜੀਵੇਗਾ, ਕਿਸੇ ਤਰ੍ਹਾਂ ਦਾ ਕੋਈ ਡਰ ਭੈ ਉਹਦੇ ਨੇੜੇ ਤੱਕ ਨਹੀਂ ਜਾ ਸਕਦਾ। ਨਿਰਭੀਤ ਰਹਿ, ਰਿੱਧ ਸਿੱਧ ਪਾਵੈ ਅਤਰੀ, 18 ਸਿੱਧੀਆਂ 9 ਨਿਧੀਆਂ ਸੰਸਾਰ ਦੀਆਂ ਸਾਰੀਆਂ ਬਰਕਤਾਂ ਆ ਕੇ ਉਹਦੇ ਚਰਨਾਂ ਵਿੱਚ ਨਿਵਾਸ ਕਰਨਗੀਆਂ। ਰਿੱਧ ਸਿੱਧ ਪਾਵੈ ਅਤਰੀ, ਬੇਅੰਤ ਪਦਾਰਥਾਂ ਨੂੰ ਪ੍ਰਾਪਤ ਕਰੇਗਾ। ਲਹਿ ਬੇਦ ਭੇਦ, ਜੋ ਪੜ੍ਹੈ ਵਿਪਰ ਵੈਸ਼ ਧਨ ਸੁਖ ਸੰਪਤਾ, ਤੇ ਜੋ ਲਹਿ ਬੇਦ ਭੇਦ ਜੋ ਪੜ੍ਹੈ, ਜੋ ਇਹਨੂੰ ਵੇਦਾਂ ਦਾ ਨਿਚੋੜ ਗਿਆਨ ਸਾਰ ਜਾਣ ਕੇ, ਜੋ ਇਸ ਪਾਵਨ ਬਾਣੀ ਦੇ ਅਰਥਾਂ ਦੀ ਵਿਚਾਰ ਕਰਕੇ, ਅਰਥਾਂ ਦੇ ਵਿੱਚ ਧਿਆਨ ਸੁਰਤ ਜੋੜ ਕੇ, ਅਰਥਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਇਸ ਪਾਵਨ ਬਾਣੀ ਦਾ ਜਾਪ ਕਰੇਗਾ। ਜਿਵੇਂ ਜੋ ਵੈਸ਼ ਵਰਨ ਹੈ, ਲਹਿ ਬੇਦ ਭੇਦ ਜੋ ਪੜ੍ਹੈ ਵਿਪਰ ਵੈਸ਼ ਧਨ ਸੁਖ ਸੰਪਤਾ, ਜੇ ਕੋਈ ਬ੍ਰਾਹਮਣ ਹੈ, ਜੇ ਕੋਈ ਵਿਦਵਾਨ ਹੈ, ਪੜ੍ਹਿਆ ਲਿਖਿਆ ਗੁਣੀ ਗਿਆਨੀ ਸੱਜਣ, ਜੇ ਕੋਈ ਇਸ ਪਾਵਨ ਬਾਣੀ ਦੇ ਅਰਥਾਂ ਦੀ, ਸ਼ਬਦਾਂ ਦੀ ਵਿਚਾਰ ਕਰਕੇ, ਸ਼ਬਦਾਂ ਵਿੱਚ ਸੁਰਤ ਜੋੜ ਕੇ ਇਹਦਾ ਜਾਪ ਕਰੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਵੇਦਾਂ ਦਾ ਗਿਆਨ ਪ੍ਰਾਪਤ ਹੋ ਜਾਵੇ। ਬਿਨਾਂ ਕੁਝ ਪੜ੍ਹਿਆ, ਬਿਨਾਂ ਕਿਸੇ ਗ੍ਰੰਥ ਦੇ ਪੜ੍ਹਿਆ, ਇਸ ਪਾਵਨ ਬਾਣੀ ਦੇ ਵਿੱਚੋਂ ਹੀ ਵੇਦਾਂ ਦਾ ਜਿਹੜਾ ਨਿਚੋੜ ਗਿਆਨ ਹੈ ਉਹਨੂੰ ਪ੍ਰਾਪਤ ਹੋ ਜਾਵੇਗਾ। ਤੇ ਜੇ ਕੋਈ ਵੈਸ਼ ਵਰਨ ਵਾਲਾ, ਜਿਵੇਂ ਛਤਰੀ ਬ੍ਰਾਹਮਣ ਸ਼ੂਦਰ ਵੈਸ 4 ਵਰਨ ਮੰਨੇ ਜਾਂਦੇ ਨੇ, ਛਤਰੀਆਂ ਬਾਰੇ ਸੁਣ ਲਿਆ,
ਬ੍ਰਾਹਮਣਾਂ ਬਾਰੇ ਸੁਣ ਲਿਆ ਆਪ ਜੀ ਨੇ। ਮਹਾਰਾਜ ਕਹਿੰਦੇ ਜੇ ਕੋਈ ਵੈਸ਼ ਵਰਨ ਵਾਲਾ ਪੜੇਗਾ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਧਨ ਸੁਖ ਸੰਪਤਾ ਉਹਦੇ ਘਰ ਦੇ ਵਿੱਚ ਬੇਅੰਤ ਧਨ ਸੁਖ ਪਦਾਰਥ ਵਿਭੂਤੀਆਂ ਹਰ ਤਰ੍ਹਾਂ ਦਾ ਪਦਾਰਥ ਉਹਨੂੰ ਪ੍ਰਾਪਤ ਹੋਏਗਾ। ਧਨ ਧਾਮ ਤਨ ਆਰੋਗ ਸ਼ੂਦਰ ਪਾਏ ਸੁਖ ਕੰਪਤਾ। ਤੇ ਜੇ ਕੋਈ ਸ਼ੂਦਰ ਵਰਨ ਵਾਲਾ ਹੋਵੇ, ਚੌਥੇ ਵਰਨ ਵਾਲਾ, ਮਹਾਰਾਜ ਕਹਿੰਦੇ ਉਹਨੂੰ ਘਰ ਮਿਲੇਗਾ, ਮਾਇਆ ਮਿਲੇਗੀ, ਸਰੀਰ ਨੂੰ ਦੇਹ ਰੋਗਤਾ ਤੰਦਰੁਸਤੀ ਮਿਲੇਗੀ ਤੇ ਇੰਨਾ ਸੁਖ ਪ੍ਰਾਪਤ ਕਰੇਗਾ ਜੋ ਉਸ ਤੋਂ ਸਾਂਭਿਆ ਨਹੀਂ ਜਾਣਾ। ਇੰਨੇ ਸੁਖਾਂ ਦੇ ਪਦਾਰਥਾਂ ਨੂੰ ਪ੍ਰਾਪਤ ਕਰੇਗਾ। ਕਹਿਣ ਦਾ ਮਤਲਬ ਹੈ ਇਹ ਪਾਵਨ ਬਾਣੀ ਦਾ ਜਾਪ ਚੌਹ ਵਰਨਾਂ ਦੇ ਮਨੁੱਖ ਕੋਈ ਵੀ ਕਰਨ, ਸਾਰਿਆਂ ਨੂੰ ਲਾਭ ਹੈ। ਕੋਈ ਵੀ ਇਸ ਪਾਵਨ ਬਾਣੀ ਦਾ ਜਾਪ ਕਰਕੇ ਨਿਸਫਲ ਨਹੀਂ ਜਾ ਸਕਦਾ। ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਹਿ ਰਹੇ ਹਨ, ਸਾਧ ਸੰਗਤ ਜੀ, ਇਸ ਪਾਵਨ ਬਾਣੀ ਦੇ ਵਿੱਚ ਜੋ ਇੱਕ ਪੰਕਤੀ ਹੈ ਨਾ, ਜੋ ਸੀਨਾ ਬਸੀਨਾ ਵਿਦਵਾਨ ਸੱਜਣ ਦਲਾ ਪੰਥਾਂ ਦੇ ਵਿੱਚ ਗੁਣੀ ਗਿਆਨੀ ਸਿੰਘ ਮਹਾਪੁਰਸ਼ ਜਿਹੜੇ ਨਾ ਸੰਗਤ ਜੀ, ਉਹ ਇੱਕ ਪੰਕਤੀ ਜਿਹੜੀ ਹੈ ਉਹ ਇਸ ਥਾਂ ਤੇ ਉਚਾਰਨ ਕਰਦੇ ਹਨ, ਜਿਵੇਂ ਅਕਾਲ ਜੋਤੀ ਨਿਹ ਕਲੰਕਾ ਮਹਾਬਲੀ ਤ੍ਰਿਤਮਾਨ ਹੈ। ਉਸ ਪਾਵਨ ਬਾਣੀ ਦਾ, ਉਸ ਪਾਵਨ ਪੰਕਤੀ ਦਾ ਵੀ ਜਾਪ ਇਸ ਪਾਵਨ ਬਾਣੀ ਦੇ ਵਿੱਚ ਰਲਾ ਕੇ ਕਰਦੇ ਹਨ। ਜੇ ਅਸੀਂ ਉਸ ਪੰਕਤੀ ਦੇ ਵੀ ਅਰਥ ਵਿਚਾਰਾਂਗੇ, ਅਕਾਲ ਜੋਤੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਇਸ ਭਗਉਤੀ ਦੇ ਵਿੱਚ ਵਿਰਾਜਮਾਨ ਹੈ। ਅਕਾਲ ਜੋਤੀ ਨਿਹ ਕਲੰਕਾ, ਬਿਨਾਂ ਦਾਗ ਦੇ, ਬਿਨਾਂ ਐਬਾਂ ਦੇ, ਤੇ ਜੋ ਇਹਨੂੰ ਧਾਰਨ ਕਰੇਗਾ ਉਹਨਾਂ ਦੇ ਜੀਵਨ ਵਿੱਚੋਂ ਵੀ ਸਾਰੇ ਐਬ ਵਿਕਾਰ ਨਾਸ਼ ਕਰ ਦੇਵੇਗੀ। ਮਹਾਬਲੀ, ਸੰਸਾਰ ਦੀ ਸਭ ਤੋਂ ਵੱਡੀ ਬਲਵਾਨ ਹੈ ਇਹ ਸ਼ਕਤੀ। ਧ੍ਰਿਤਮਾਨ ਹੈ, ਧ੍ਰਿਤ ਨਾਮ ਹੈ ਧੀਰਜ ਦਾ। ਜੋ ਇਹਨੂੰ ਧਾਰਨ ਕਰੇਗਾ ਉਹ ਧੀਰਜਵਾਨ ਬਣ ਜਾਵੇਗਾ। ਹਿੰਮਤ ਹੌਸਲਾ ਬਰਕਰਾਰ ਰਹੇਗਾ ਉਹਦੇ ਜੀਵਨ ਵਿੱਚ ਸਦਾ। ਉਹ ਡਰੇਗਾ, ਘਬਰਾਵੇਗਾ ਨਹੀਂ। ਇਹ ਪਾਵਨ ਪੰਕਤੀ ਨਾਲ ਲਾ ਕੇ ਜਾਪ ਕਰਨਾ ਚਾਹੀਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਨੇ ਅੰਤਮ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤੇ ਹੈ ਕਿ ਇਹ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ। ਕਈ ਵਾਰ ਸੰਗਤ ਜੀ ਗਲਤ ਫਹਿਮੀ ਵਿੱਚ ਸਿੰਘ ਪੈ ਜਾਂਦੇ ਨੇ ਕਿ ਇਹ ਜੋ ਪਾਵਨ ਬਾਣੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ। ਯਾਦ ਰੱਖਣਾ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਵਿੱਚ ਪਹਿਲਾਂ ਸਿੰਘ ਆਉਂਦਾ, ਬਾਅਦ ਵਿੱਚ ਗੋਬਿੰਦ ਆਉਂਦਾ। ਹਰੀ ਸ਼ਬਦ ਦਾ ਅਰਥ ਸਿੰਘ ਵੀ ਹੁੰਦਾ, ਹਰ ਗੋਬਿੰਦ। ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਂ ਦੇ ਵਿੱਚ ਪਹਿਲਾਂ ਗੋਬਿੰਦ ਹੈ ਤੇ ਬਾਅਦ ਵਿੱਚ ਸਿੰਘ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਨਾਮ ਗੁਪਤ ਰੂਪ ਦੇ ਵਿੱਚ ਰੱਖਿਆ ਹੈ। ਜਿਵੇਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਹੀ ਇਹੋ ਜਿਹੇ ਸਵਈਏ ਹੈ ਜਿਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਆਪ ਨੂੰ ਸਿਆਮ ਨਾਮ ਤੋਂ ਪ੍ਰਗਟ ਕਰਦੇ, ਰਾਮ ਨਾਮ ਤੋਂ ਪ੍ਰਗਟ ਕਰਦੇ। ਜਿਵੇਂ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ, ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਾਮ ਨਾਮ ਤੋਂ ਵੀ ਆਪਣੇ ਆਪ ਨੂੰ ਕਈ ਥਾਵਾਂ ਤੇ ਪ੍ਰਗਟ ਕੀਤਾ ਹੋਇਆ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਕਿਵੇਂ ਆਪਣੇ ਨਾਮ ਨੂੰ ਗੁਪਤ ਰੂਪ ਦੇ ਵਿੱਚ ਰੱਖ ਕੇ ਕਹਿ ਰਹੇ ਹਨ, ਇਹ ਬੋਲਾ ਹਰ ਗੋਬਿੰਦ ਕਾ। ਜੇ ਦੂਜਾ ਅਰਥ ਕਰੀਏ, ਹਰੀ ਨਾਮ ਹੈ ਵਾਹਿਗੁਰੂ ਜੀ ਦਾ, ਜੋ ਸਾਰੇ ਸੰਸਾਰ ਦੇ ਹਰਿਆ ਭਰਿਆ ਕਰਨ ਵਾਲਾ ਵਾਹਿਗੁਰੂ ਹੈ। ਇਹ ਭਾਈ, ਇਹ ਜੋ ਪਾਵਨ ਬਾਣੀ ਹੈ ਉਸ ਮਹਾਨ ਸ਼ਕਤੀ ਦੇ ਨਾਲ ਤੁਹਾਨੂੰ ਜੋੜਨ ਵਾਲੀ ਹੈ। ਇਹ ਬੋਲਾ ਹਰ ਗੋਬਿੰਦ ਕਾ। ਇਸ ਬਾਣੀ ਨੂੰ ਮਤਾ ਕਿਤੇ ਸੋਚ ਲੈਣਾ ਕਿ ਇਹ ਬਾਣੀ ਕਿਸੇ ਸਰੀਰਕ ਸੰਸਾਰਕ ਸਰੀਰ ਦੇ ਮੁਖੋਂ ਉਚਾਰਨ ਹੋਈ ਹੈ। ਮਹਾਰਾਜ ਕਹਿੰਦੇ ਹਰ ਗੋਬਿੰਦ ਕਾ। ਇਹ ਬਾਣੀ ਤੁਰ ਦਰਗਾਹੋਂ ਆਈ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਆਈ ਹੈ। ਸੁਣੋ ਖਾਲਸਾ ਵੀਰ, हे ਖਾਲਸਾ ਯੋਧਿਓ, ਸਿੰਘ ਸੂਰਮਿਓ, ਸੁਣ ਲੈਣਾ ਧਿਆਨ ਦੇ ਨਾਲ। ਫਤਿਹ ਪਾਓ ਮੈਦਾਨ ਮੈਂ, ਪਕੜ ਹਾਥ ਸ਼ਮਸ਼ੀਰ। ਸ੍ਰੀ ਸਾਹਿਬ ਨੂੰ ਆਪਣੇ ਪਾਵਨ ਹੱਥਾਂ ਵਿੱਚ ਧਾਰਨ ਕਰਕੇ, ਇਸ ਪਾਵਨ ਬਾਣੀ ਦਾ ਜਾਪ ਕਰਕੇ ਮੈਦਾਨੇ ਜੰਗ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ। ਤੇ ਗੁਰੂ ਕੇ ਪਿਆਰੇ ਸਿੰਘ ਇਸ ਬਾਣੀ ਦੇ ਅੱਗੇ ਸੰਗਤ ਜੀ ਹੋਰ ਵੀ ਦੋ ਦੋਹਰਿਆਂ ਦਾ ਜਾਪ ਕਰਦੇ ਹਨ। ਯਾ ਵਿਦ ਨਾਮ ਉਚਾਰ ਵਿਦ ਪੁਨਾ ਕਰਿਓ ਪ੍ਰਯੋਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਤੁਹਾਨੂੰ ਤਰੀਕਾ ਦੱਸਿਆ, ਜਾਚ ਦਸੀ ਹੈ, ਵਿਦਵਾਨ ਸੱਜਣਾ ਪਾਸੋਂ, ਬਜ਼ੁਰਗਾਂ ਪਾਸੋਂ, ਮਹਾਪੁਰਸ਼ਾਂ ਪਾਸੋਂ, ਜਥੇਦਾਰਾਂ ਪਾਸੋਂ ਸੁਣ ਕੇ ਬੜੇ ਸਤਿਕਾਰ ਸਹਿਤ ਪੂਰੇ ਵਿਧੀ ਦੇ ਨਾਲ ਯਾ ਵਿਦ ਨਾਮ ਉਚਾਰ ਵਿਦ ਪੁਨਾ ਕਰਿਓ ਪ੍ਰਯੋਗ। ਫਿਰ ਇਸ ਪਾਵਨ ਬਾਣੀ ਦਾ ਜਾਪ ਕਰਨ ਤੋਂ ਬਾਅਦ ਮੈਦਾਨੇ ਜੰਗ ਦੇ ਵਿੱਚ ਤੁਸੀਂ ਇਹਦੇ ਜੋਹਰ ਵੇਖ ਲੈਣਾ। ਫਿਰ ਪ੍ਰਤੱਖ ਮਹਾਰਾਜ ਕਹਿੰਦੇ ਪੁਨਾ ਕਰਿਓ ਪ੍ਰਯੋਗ। ਆਪ ਸਭ ਨੂੰ ਜਿਵੇਂ ਪਤਾ ਹੈ ਸੰਗਤ ਜੀ, ਜਿਹੜੇ ਡਾਕਟਰ ਹੁੰਦੇ ਹੈ ਨਾ, ਕੋਈ ਮੂੰਹ ਚੁੱਕ ਕੇ ਸਿੱਧਾ ਜਾ ਕੇ ਡਾਕਟਰ ਨਹੀਂ ਬਣ ਜਾਂਦਾ। ਕਿੰਨੇ ਸਾਲਾਂ ਦਾ ਉਹਦਾ ਅਭਿਆਸ ਹੁੰਦਾ ਹੈ। ਜੀਵਨ ਦੇ ਆਪਣੇ 10-10, 15, 20 ਸਾਲ ਅਭਿਆਸ ਕਰਦੇ, ਫਿਰ ਜਾ ਕੇ ਉਹਨਾਂ ਦੇ ਹੱਥ ਵਿੱਚ ਗੁਣ ਆਉਂਦਾ ਤਾਂ ਫਿਰ ਉਹ ਉਤਰਦੇ ਸੰਸਾਰ ਦੇ ਵਿੱਚ ਕਿਸੇ ਦਾ ਇਲਾਜ ਕਰਨ ਦੇ। ਮਹਾਰਾਜ ਕਹਿੰਦੇ ਮੈਦਾਨੇ ਜੰਗ ਦੇ ਵਿੱਚ ਸੱਚ ਦੇ ਵਿੱਚ ਇਹ ਬਾਣੀ ਦੀ ਕਰਾਮਾਤ ਵੇਖਣੀ ਹੈ ਨਾ, ਫਿਰ ਕੀ ਕਰਨਾ? ਪਾਠ 1.25 ਲੱਖ ਹਵਨ ਕਰ ਜੀਤ ਜੰਗ ਤਬ ਹੋ। 1.25 ਲੱਖ ਇਸ ਪਾਵਨ ਬਾਣੀ ਦੇ ਜਾਪ ਕਰਨਾ, ਇਹ ਬਾਣੀ ਸਿੱਧ ਹੋ ਜਾਵੇਗੀ। ਫਿਰ ਮੈਦਾਨੇ ਜੰਗ ਦੇ ਵਿੱਚ ਆਪ ਜੀ ਜਿੱਥੇ ਵੀ ਉਤਰੋਗੇ ਨਾ, ਭਾਵੇਂ ਆਪ ਜੀ ਦੇ ਸਾਹਮਣੇ
ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਵੀ ਜੇ ਫੌਜ ਆ ਜਾਵੇਗੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਤ ਤੁਹਾਡੀ ਹੋਣੀ। ਬੈਰੀਆਂ ਦਾ ਪਤਨ ਹੋਏਗਾ, ਬੈਰੀਆਂ ਦਾ ਨਾਸ ਹੋਵੇਗਾ, ਜਿੱਤ ਤੁਹਾਡੇ ਚਰਨਾਂ ਨੂੰ ਚੁੰਮੇਗੀ, ਫਤਿਹ ਤੁਹਾਡੇ ਚਰਨਾਂ ਨੂੰ ਚੁੰਮੇਗੀ, ਜੇ ਸਤਕਾਰ ਸਹਿਤ ਇਸ ਪਾਵਨ ਬਾਣੀ ਦਾ ਜਾਪ ਕੀਤਾ ਜਾਵੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਰੀਆਂ ਸੰਗਤਾਂ, ਸਾਰੀਆਂ ਫੌਜਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਆਪਣੇ ਦਰੋਂ ਕਰੋ ਨਾਮ ਦਾਨ, ਗੁਰ ਸਿੱਖੀ ਜੀਵਨ, ਚਰਨਾ ਕਮਲਾਂ ਦੀ ਪ੍ਰੀਤੀ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸੱਚੇ ਪਾਤਸ਼ਾਹ ਸਾਨੂੰ ਭਾਵਨਾ ਵਾਲੀ ਗੁਰਸਿੱਖੀ ਬਖਸ਼ਣ। ਸਾਧ ਸੰਗਤ ਜੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀਆਂ ਵਿੱਚੋਂ ਇਹ ਮਹਾਨ ਬਾਣੀ ਬਹੁਤ ਸਤਿਕਾਰਯੋਗ ਤੇ ਬਹੁਤ ਪ੍ਰੇਮ ਦੇ ਨਾਲ ਸੀਨਾ ਬਸੀਨਾ ਨਿਹੰਗ ਸਿੰਘ ਜਥੇਬੰਦੀਆਂ, ਗੁਰੂ ਦੀਆਂ ਲਾਡਲੀਆਂ ਫੌਜਾਂ ਇਹ ਪਾਵਨ ਬਾਣੀ ਦਾ ਜਾਪ ਕਰਕੇ ਲਾਹਾ ਪ੍ਰਾਪਤ ਕਰਦੀਆਂ। ਸੋ ਆਪ ਸਭ ਨੇ ਵੀ ਵੱਧ ਚੜ ਕੇ ਇਸ ਪਾਵਨ ਬਾਣੀ ਦਾ ਜਾਪ ਕਰਨਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਕਰੋ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ, ਬਖਸ਼ਿਸ਼ਾਂ ਤੇ ਸੰਸਾਰ ਦੇ ਵਿੱਚ ਹਰ ਇੱਕ ਪੱਖ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦਰਾਂ ਹੀ ਸਾਰੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਵਸ ਜਾਵੇ। ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਦੀਆਂ ਬਖਸ਼ਿਸ਼ਾਂ ਕਰਨ, ਗੁਰਸਿੱਖੀ ਜੀਵਨ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਪਾਤਸ਼ਾਹ ਜੀ ਦੇ ਪਾਵਨ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਸਤਿਗੁਰੂ ਜੀ ਮਾਫੀ ਬਖਸ਼ਣ, ਸੁਮਤ ਬਖਸ਼ਣ, ਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਸਾਰੇ ਗੱਜ ਕੇ ਪ੍ਰੇਮ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰ ਜਾਵੇ, ਨਿਹਾਲ ਹੋ ਜਾਵੇ ਕਲਗੀਧਰ ਸਿੰਘ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਦੇਗ ਤੇਗ ਫਤਿਹ। ਗੁਰੂ ਪੰਥ ਖਾਲਸੇ ਦੀ ਦਿਨੋਂ ਦਿਨ ਚੜ੍ਹਦੀ ਕਲਾ। ਸੱਚੇ ਪਾਤਸ਼ਾਹ ਜੀ ਮਹਾਰਾਜ।